ਸਰਹੰਦ ਫਤਿਹ ਦਿਵਸ ਪਾਵਨ ਦਿਹਾੜੇ ਨੂੰ ਸਮਰਪਿਤ ਆਪ ਸਰਬੱਤ ਸਤ ਸੰਗਤ ਗੁਰੂ ਚਰਨਾਂ ਵਿੱਚ ਬਿਰਾਜਮਾਨ ਹੋ। ਸਤਿਗੁਰੂ ਜੀ ਦੀ ਅਪਾਰ ਰਹਿਮਤ, ਚੱਲ ਰਹੀ ਲੜੀਵਾਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਮੁਬਾਰਕ ਕਥਾ, ਜਿਸ ਕਥਾ ਅੰਦਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀਆਂ ਸਿਫਤ ਸਲਾਹਾਂ ਆਪ ਰੋਜ਼ਾਨਾ ਲੜੀਵਾਰ ਇਤਿਹਾਸ ਵਿੱਚ ਸਰਵਣ ਕਰਦੇ ਹੋ। ਕੱਲ ਦੇ ਦੀਵਾਨਾਂ ਵਿੱਚ ਜਿਵੇਂ ਆਪ ਜੀ ਨੇ ਸਰਵਣ ਕੀਤਾ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਸਿੱਖਾਂ ਦੀ ਪਰਖ ਲੈ ਰਹੇ ਨੇ। ਉਹਨਾਂ ਪਰਖਾਂ ਦੇ ਵਿੱਚ ਕਿਹੜਾ ਕਿਹੜਾ ਖਰਾ ਉਤਰਦਾ ਹੈ, ਉਹ ਆਪ ਜੀ ਨੇ ਲੜੀਵਾਰ ਸਰਵਣ ਕੀਤਾ ਹੈ। ਕੁਝ ਸਵਾਲ ਜਿਹੜੇ ਨੇ ਕਰਤਾਰਪੁਰ ਸਾਹਿਬ ਦੇ ਵਸਨੀਕ ਜਿਤਨੇ ਨੇ, ਉਹਨਾਂ ਵੱਲੋਂ ਗੁਰੂ ਚਰਨਾਂ ਵਿੱਚ ਰੱਖੇ ਗਏ ਕਿ ਤੁਹਾਡੇ 2 ਪੁੱਤਰ ਨੇ, ਪਰ ਅਸੀਂ ਸੁਣਿਆ ਹੈ ਕਿ ਇਹਨਾਂ ਦੋਵਾਂ ਪੁੱਤਰਾਂ ਨੂੰ ਤੁਸੀਂ ਛੱਡ ਕੇ ਆਪਣੇ ਸਿੱਖ ਨੂੰ ਗੁਰਤਾ ਗੱਦੀ ਦੇਣ ਜਾ ਰਹੇ ਹੋ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਇੱਕ ਗੱਲ ਕਹੀ ਸੀ, ਇਹ ਤਖਤ ਦਾ ਜਿਹੜਾ ਵਾਰਿਸ ਇਹ ਨਹੀਂ ਕਿ ਮੇਰੀ ਵੰਸ਼ ਦੇ ਵਿੱਚੋਂ ਹੋਏਗਾ, ਜੋ ਇਸ ਤਖਤ ਦੇ ਲਾਇਕ ਹੋਏਗਾ ਉਹੀ ਇਸ ਤਖਤ ਦਾ ਮਾਲਕ ਹੋਏਗਾ। ਉਹ ਭਾਵੇਂ ਪੁੱਤਰ ਹੋਵੇ ਤੇ ਭਾਵੇਂ ਸਿੱਖ ਹੋਵੇ, ਉਹਦੇ ਜੀਵਨ ਤੋਂ ਜਾਣਿਆ ਜਾਵੇਗਾ ਕਿ ਇਸ ਤਖਤ ਦੇ ਲਾਇਕ ਕਿਹੜਾ ਹੈ। ਤੇ ਲੜੀਵਾਰ ਸੇਵਾਵਾਂ ਆਪ ਜੀ ਬਾਬਾ ਲਹਿਣਾ ਜੀ ਦੀਆਂ ਸਰਵਣ ਕਰ ਰਹੇ ਹੋ। ਕੱਲ ਜਿਵੇਂ ਮਰੀ ਚੂਈ ਧਰਮਸ਼ਾਲ ਦੇ ਵਿੱਚੋਂ ਕੱਢਣਾ, ਉਹ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਹੈ। ਤੇ ਅੱਜ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੱਪੜੇ ਧੋਣ ਵਾਸਤੇ ਕਿਵੇਂ ਹੁਕਮ ਕਰਦੇ ਨੇ, ਤੇ ਗੰਦਗੀ ਦੇ ਵਿੱਚ ਪਏ ਹੋਏ ਇੱਕ ਕੌਲੇ ਨੂੰ ਕਿਵੇਂ ਕੱਢਣ ਵਾਸਤੇ ਸਤਿਗੁਰੂ ਜੀ ਹੁਕਮ ਸਿੱਖਾਂ ਨੂੰ ਕਰਦੇ ਨੇ, ਤੇ ਕਿਹੜਾ ਇਸ ਪਰਖ ਦੇ ਵਿੱਚ ਖਰਾ ਉਤਰਦਾ ਹੈ। ਤੇ ਮੈਂ ਇਹ ਬੇਨਤੀ ਕਰਦਾ ਆ ਰਿਹਾ ਹਾਂ ਕਿ ਪਰਖਾਂ ਭਾਵੇਂ ਜਿਹੜਾ ਹੈ ਸੋਚਣ ਨੂੰ ਨਾਰਮਲ ਨੇ, ਮਰੀ ਚੂਈ ਨੂੰ ਬਾਹਰ ਕੱਢਣਾ ਕੋਈ ਔਖੀ ਗੱਲ ਨਹੀਂ। ਗੰਦਗੀ ਵਿੱਚ ਪਿਆ ਹੋਇਆ ਜਿਹੜਾ ਕੌਲਾ ਹੈ ਉਹਨੂੰ ਬਾਹਰ ਕੱਢਣਾ ਕੋਈ ਔਖੀ ਗੱਲ ਨਹੀਂ। ਕਿਸੇ ਪ੍ਰਕਾਰ ਕੱਪੜੇ ਧੋਣ ਵਾਸਤੇ ਰਾਤ ਬਰਾਤੇ ਗੁਰੂ ਸਾਹਿਬ ਜੀ ਦਾ ਹੁਕਮ, ਉਹਨੂੰ ਮੰਨਣਾ ਜਿਹੜਾ ਹੈ ਕੱਪੜੇ ਧੋਣਾ ਕੋਈ ਔਖੀ ਗੱਲ ਨਹੀਂ। ਪਰ ਅਸਲ ਦੇ ਵਿੱਚ ਗੱਲ ਇੱਥੇ ਮੁੱਕਦੀ ਹੈ ਕਿ ਜਿਹੜਾ ਸਮਰਪਿਤ ਹੈ, ਜਿਹੜਾ ਗੁਰੂ ਪ੍ਰਤੀ ਡੈਡੀਕੇਟ ਹੈ, ਜਿਹਨੇ ਆਤਮ ਸਮਰਪਣ ਕੀਤਾ ਹੋਇਆ ਹੈ, ਉਹੀ ਅਸਲ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਨੂੰ ਮੰਨਦਾ ਹੈ। ਬਾਕੀ ਕੋਈ ਵੀ ਜਿਹੜਾ ਹੈ ਅੱਗੇ ਵਧਣ ਨੂੰ ਤਿਆਰ ਨਹੀਂ, ਗੁਰੂ ਦੇ ਹੁਕਮ ਨੂੰ ਮੰਨਣ ਨੂੰ ਤਿਆਰ ਨਹੀਂ। ਆਓ ਆਪਾਂ ਲੜੀਵਾਰ ਵਿਚਾਰੀਏ ਕਿ ਇਸ ਪਰਖ ਦੇ ਵਿੱਚ ਕਿਹੜਾ ਖਰਾ ਉਤਰਦਾ ਹੈ, ਕਿਹਦੇ ਤੇ ਗੁਰੂ ਨਾਨਕ ਸਾਹਿਬ ਜੀ ਦੀ ਨਜ਼ਰੇ ਰਹਿਮਤ ਹੁੰਦੀ ਹੈ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ, ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਪਗ ਅੰਬੁਦ ਤਾਰਨ ਕੁਰ ਪੋਤਾ, ਜਾਮਨ ਏਕ ਪਾਉ ਨਿਜ ਸੋਤਾ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਦੋਂ ਬਾਬਾ ਸ਼੍ਰੀ ਚੰਦ ਜੀ ਨੇ, ਬਾਬਾ ਲਖਮੀ ਦਾਸ ਜੀ ਨੇ ਸਤਿਗੁਰੂ ਜੀ ਦੇ ਹੁਕਮ ਨੂੰ ਨਾ ਮੰਨ ਕੇ
ਤੇ ਗੁਰੂ ਦੇ ਕਹੇ ਨੂੰ ਕਹਿ ਲੋ ਕਿ ਨਕਾਰਿਆ ਹੈ ਕਿ ਅਸੀਂ ਇਹ ਚੀਜ਼ ਨਹੀਂ ਕਰਨੀ। ਪਰ ਬਾਖੂਬੀ ਬਾਬਾ ਲਹਿਣਾ ਜੀ ਨੇ ਉਸ ਹੁਕਮ ਦੀ ਪਾਲਣਾ ਕਰਦਿਆਂ ਸਤਿਗੁਰੂ ਜੀ ਦੇ ਪਾਵਨ ਹੁਕਮ ਨੂੰ ਕਮਾਇਆ ਹੈ। ਤੇ ਕਵੀ ਜੀ ਕਹਿਣ ਲੱਗੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਬਾਬਾ ਲਹਿਣਾ ਜੀ ਦੇ ਜੋ ਬਖਸ਼ਿਸ਼ ਕੀਤੀ ਹੈ ਕਿ ਸੰਸਾਰ ਸਾਗਰ ਨੂੰ ਤਾਰਨ ਦੇ ਲਈ ਜਹਾਜ਼ ਰੂਪੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਅਸਲ ਦੇ ਵਿੱਚ ਜਿਹੜਾ ਹੈ ਬਾਬਾ ਲਹਿਣਾ ਜੀ ਦੇ ਕਿਵੇਂ ਬਖਸ਼ਿਸ਼ਾਂ ਕਰ ਰਹੇ ਹਨ। ਉਬੇ ਤਾਤ ਤੇ ਕਾਲ ਸਮੀਪਾ ਸ਼੍ਰੀ ਸਸ ਪ੍ਰਤ ਤਬ ਨਿਕਟ ਬੁਲੀਪਾ। ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਫਿਰ ਵਿਚਾਰ ਕੀਤੀ ਕਿ ਚਲੋ ਇੱਕ ਹੋਰ ਪਰਖ ਲਈ ਜਾਵੇ, ਕਿਉਂਕਿ ਮਨਾਂ ਦੇ ਵਿੱਚ ਸ਼ੰਕਾ ਆਇਆ ਸੀ ਕਿ ਗੁਰਤਾ ਗੱਦੀ ਕਿਉਂ ਬਾਬਾ ਲਹਿਣਾ ਜੀ ਨੂੰ ਦੇਣ ਜਾ ਰਹੇ ਨੇ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਹੀ ਦੋਵੇਂ ਸਤਿਗੁਰੂ ਜੀ ਦੇ ਸਪੁੱਤਰ ਬੈਠੇ ਸਨ। ਤੇ ਗੁਰੂ ਸਾਹਿਬ ਜੀ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਆਪਣੇ ਕੋਲ ਬੁਲਾਇਆ ਹੈ। ਤਾਤ ਸੰਭਿਆਨ ਤੂੰ ਨਿਛਰ ਜਈਏ ਸੋਖਤ ਕਰ ਤੂਰਨ ਟਿਗ ਲਈਏ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਪੁੱਤਰ ਏਦਾਂ ਕਰੋ, ਜਾਓ ਸਰੋਵਰ ਤੇ ਜਾਓ ਤੇ ਆ ਚਾਦਰਾ ਧੋ ਕੇ ਲੈ ਕੇ ਆਓ। ਭਾਵ ਸਾਡੇ ਕੱਪੜੇ ਜਿਹੜੇ ਨੇ ਨਾ ਉਹ ਤੁਸੀਂ ਧੋ ਕੇ ਸੁਕਾ ਕੇ ਜਿਹੜਾ ਨਾ ਸਾਡੇ ਕੋਲ ਲੈ ਕੇ ਆਵੋ। ਤਾਤ ਕਹਿਤ ਹਮ ਸ਼ਰਮਤ ਕਰੰਤੇ ਕੋਮਲ ਕਰ ਹਮ ਨਿਸਾਬ ਠਰੰਤੇ। ਪੁੱਤਰ ਜੀ ਫਿਰ ਕਹਿਣ ਲੱਗੇ, ਬਾਬਾ ਸ਼੍ਰੀ ਚੰਦ ਜੀ ਕਹਿੰਦੇ, ਪਿਤਾ ਜੀ ਅਸੀਂ ਥੱਕੇ ਹੋਏ ਆ, ਹੁਣ ਆਰਾਮ ਕਰਨ ਦਾ ਵੇਲਾ ਹੈ ਤੇ ਨਾਲੇ ਸਾਡੇ ਜਿਹੜਾ ਇਹ ਕੋਮਲ ਹੱਥ ਰਾਤ ਵੇਲੇ ਕਹਿ ਲਓ ਕਿ ਪਾਣੀ ਦੇ ਵਿੱਚ ਜਦੋਂ ਅਸੀਂ ਪਾਉਂਦੇ ਹਾਂ ਤੇ ਠਰਦੇ ਨੇ, ਇਸ ਕਰਕੇ ਸਵੇਰ ਹੋਏਗੀ ਤੇ ਆਪਾਂ ਕੱਪੜੇ ਹੋਰ ਕਿਸੇ ਤੋਂ ਧਵਾ ਦੇਵਾਂਗੇ, ਪਰ ਹੁਣ ਜਿਹੜਾ ਹੈ ਆਰਾਮ ਕਰਨ ਦਾ ਵੇਲਾ ਹੈ। ਬਾਸੁਰ ਵੇ ਪ੍ਰਿਤ ਤੂੰ ਕਰ ਲਿਆਵੇ ਹਮ ਤੇ ਇਹ ਪ੍ਰਿਤ ਹੋਏ ਨਾ ਆਵੇ। ਦਿਨ ਚੜੇਗਾ ਤੇ ਨੌਕਰ ਜਾ ਕੇ ਧੋ ਲਿਆਵੇਗਾ, ਸਾਥੋਂ ਇਹ ਕੰਮ ਜਿਹੜਾ ਹੈ ਨਹੀਂ ਹੁੰਦਾ। ਲਗ ਸੁਤ ਪ੍ਰਤ ਜਬ ਕਹਿ ਗੁਰ ਐਸੇ ਪ੍ਰਤ ਉਤਰ ਸੋ ਕਹਤੇ ਉਹ ਕੈਸੇ। ਫਿਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਛੋਟੇ ਸੁਪੁੱਤਰ ਨੂੰ ਕਿਹਾ ਹੈ, ਪੁੱਤਰ ਜੀ ਤੁਸੀਂ ਕਰੋ ਫਿਰ। ਪਰ ਉਹਨਾਂ ਨੇ ਵੀ ਅਸਲ ਦੇ ਵਿੱਚ ਮੋੜਵਾਂ ਜਵਾਬ ਦਿੱਤਾ ਹੈ ਫਿਰ ਕਿ ਮੈਂ ਕੱਪੜੇ ਕਿਸ ਤਰ੍ਹਾਂ ਧੋਵਾਂ। ਜਬ ਲਹਿਣੇ ਪ੍ਰਤ ਸਤਿਗੁਰ ਪਾਖਾ ਹਮ ਚਾਦਰ ਪੁਰਖਾ ਤੋ ਲਾਖਾ। ਅਸਲ ਦੇ ਵਿੱਚ ਜਦੋਂ ਬਾਬਾ ਲਹਿਣਾ ਜੀ ਨੂੰ ਹੁਕਮ ਕੀਤਾ ਹੈ, ਪੁਰਖਾ ਜਾ ਕੇ ਚਾਦਰ ਧੋ ਕੇ ਲਿਆ, ਗੁਰੂ ਸਾਹਿਬ ਜੀ ਨੇ ਇਸ ਪ੍ਰਕਾਰ ਹੁਕਮ ਕੀਤਾ ਹੈ। ਤਬੇ ਉਠਿਓ ਲਹਿਣਾ ਬੜ ਭਾਗਾ ਸਰ ਮੈਂ ਜਾ ਪਟ ਤੋ ਵਨ ਲਾਗਾ। ਵੱਡੇ ਭਾਗਾਂ ਵਾਲੇ ਬਾਬਾ ਲਹਿਣਾ ਜੀ ਉੱਠੇ ਨੇ ਤੇ ਸਰੋਵਰ ਤੇ ਜਾ ਕੇ ਫਿਰ ਚਾਦਰਾਂ ਧੋਣ ਲੱਗ ਪਏ ਹਨ। ਬਾਸੁਰ ਅਰਧ ਪਾਨ ਖਿਆਨ ਪਰ ਤੂੰ ਲਖ ਲਹਿਣੇ ਮਨ ਅਚਰਜ ਸਮ ਤੂੰ। ਜਦ ਭਾਈ ਲਹਿਣਾ ਜੀ ਜਦੋਂ ਚਾਦਰ ਧੋਣ ਗਏ ਨੇ ਨਾ, ਉਸ ਸਮੇਂ ਜਿਹੜਾ ਹੈ ਰਾਤ ਸੀ, ਪਰ ਜਦੋਂ ਅਸਲ ਦੇ ਵਿੱਚ ਕਹਿ ਲਓ ਕਿ ਚਾਦਰਾਂ ਧੋਣ ਲੱਗੇ ਨੇ ਤੇ ਉਸ ਵੇਲੇ ਉਹਨਾਂ ਨੂੰ ਐ ਪ੍ਰਤੀਤ ਹੋਇਆ ਕਿ ਅਸਲ ਦੇ ਵਿੱਚ ਮੈਂ ਰਾਤ ਵਿੱਚ ਨਹੀਂ, ਦਿਨ ਚੜ੍ਹਿਆ ਹੋਇਆ। ਕਹਿ ਲਓ ਕਿ ਇਹ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ। ਤੋਏ ਸੁਖਾਈ ਚੈਲ ਲੈ ਆਵਾ ਤਰ ਸਤਿਗੁਰ ਟਿਗ ਪਾਲ ਨਿਭਾਵਾ। ਬਾਬਾ ਲਹਿਣਾ ਜੀ ਨੇ ਉਹ ਚਾਦਰਾਂ ਧੋਤੀਆਂ ਨੇ, ਕੱਪੜੇ ਧੋਤੇ ਨੇ ਤੇ ਕੱਪੜੇ ਧੋ ਕੇ ਸੁਕਾ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਆ ਕੇ ਆਪਣਾ ਸ਼ੀਸ਼ ਨਵਾਇਆ ਹੈ। ਜਗਤੇਸ਼ਵਰ ਨਿਜ ਪਾਨ ਉਠਾਇਓ ਕੈ ਸੁਮਤੇ ਜਗ ਅਪਰ ਨ ਜਾਏ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਆਪਣੇ ਪਾਵਨ ਕਰ ਕਮਲਾਂ ਦੇ ਨਾਲ ਬਾਬਾ ਲਹਿਣਾ ਜੀ ਨੂੰ ਤਾਂ ਚੁੱਕਿਆ ਹੈ ਤੇ ਕਹਿ ਸੁਮਤੇ ਜਗ ਅਪਰ ਨ ਜਾਇਓ। ਕਹਿਣ ਲੱਗੇ, ਹੇ ਚੰਗੀ ਮਤ ਵਾਲੇ, ਤੇਰੇ ਵਰਗਾ ਜਗਤ ਦੇ ਵਿੱਚ ਹੋਰ ਕੋਈ ਨਹੀਂ ਜੰਮਿਆ। ਕਿਤ ਕਿਤਨੇ ਸਾਥੀ
भी पट तो आने, तेरी कत तू जान बखाने। ਕਿੰਨੀ ਰਾਤ ਸੀ ਫਿਰ ਵੀ ਤੂੰ ਚਾਦਰ ਧੋ ਕੇ ਲਿਆਂਦੀ ਹੈ, ਫਿਰ ਵੀ ਤੂੰ ਕੱਪੜੇ ਧੋ ਕੇ ਲਿਆਂਦੇ ਨੇ। ਤੇ ਬਾਬਾ ਲਹਿਣਾ ਜੀ ਕਹਿਣ ਲੱਗੇ, ਮਾਲਕ ਜੀ ਇਹਦੇ ਵਿੱਚ ਸਾਡੀ ਕੀ ਪਾਇਆ, ਤੁਸੀਂ ਸਭ ਕੁਝ ਕਰਨ ਕਰਾਉਣ ਵਾਲੇ ਹੋ, ਇਸ ਕਰਕੇ ਜਿਹੜਾ ਹੈ ਤੁਹਾਡੀ ਗਤ ਕੇਵਲ ਤੁਸੀਂ ਹੀ ਜਾਣਦੇ ਹੋ, ਅਸੀਂ ਜਿਹੜਾ ਹੈ ਨਹੀਂ ਜਾਣ ਸਕਦੇ। दोहरा सतगुर के जो वस्त है, पाग जिसे सो पाए। बिन पागा न मिलत है, कोटिक जतन कमाए। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਵਚਨ ਕਹੇ ਨੇ, ਜੋ ਵਸਤੂ ਕਿਸੇ ਦੇ ਭਾਗਾਂ ਦੇ ਵਿੱਚ ਹੁੰਦੀ ਹੈ ਨਾ, ਉਹਨੂੰ ਕੋਈ ਖੋਹ ਨਹੀਂ ਸਕਦਾ, ਉਹ ਉਹਨੂੰ ਪ੍ਰਾਪਤ ਹੋ ਜਾਂਦੀ ਹੈ। ਤੇ ਕਿਸੇ ਵਿੱਚ ਤਾਕਤ ਨਹੀਂ ਹੈ ਸੰਸਾਰ ਦੇ ਅੰਦਰ ਕਿ ਉਸ ਸ਼ੈ ਨੂੰ ਜਿਹੜਾ ਖੋ ਸਕੇ। ਤੇ ਬਿਨਾਂ ਭਾਗਾਂ ਤੋਂ ਕੁਝ ਜਿਹੜਾ ਹੈ ਮਿਲਦਾ ਵੀ ਨਹੀਂ, ਭਾਵੇਂ ਮਨੁੱਖ ਕਰੋੜਾਂ ਯਤਨ ਕਰ ਲਵੇ। ਇਸ ਕਰਕੇ ਲਹਿਣਾ ਜੀ ਤੁਹਾਡੇ ਭਾਗਾਂ ਵਿੱਚ ਇਹ ਸੇਵਾ ਹੈ, ਤੁਸੀਂ ਕਰ ਰਹੇ ਹੋ। ਤੇ ਭਾਗਾਂ ਤੋਂ ਬਿਨਾਂ ਨਾ ਤੇ ਸੰਗਤ ਮਿਲਦੀ ਹੈ, ਨਾ ਤੇ ਸੇਵਾ ਹੀ ਮਿਲਦੀ ਹੈ। ਯਤਨ ਮਨੁੱਖ ਬਹੁਤ ਕਰਦਾ ਹੈ, ਪਰ ਕਿਸੇ ਵਿਰਲੇ ਤੇ ਰਹਿਮਤ ਹੁੰਦੀ ਹੈ। अपर अपर परीक्षा लैन की, सतगुर के मन चाहे। एक दिन सिखन कर बलत, उबे तात टिग आए। ਫਿਰ ਸਤਿਗੁਰੂ ਜੀ ਕਹਿਣ ਲੱਗੇ, ਚਲੋ ਹੋਰ ਕੋਈ ਪ੍ਰੀਖਿਆ ਲਈ ਜਾਵਿਓ। ਤੇ ਮੈਂ ਬੇਨਤੀ ਕਰਾਂ, ਇਹ ਛੋਟੀਆਂ ਛੋਟੀਆਂ ਕਹਿ ਲਓ ਸਿੱਖਿਆਵਾਂ ਜਿਹੜੀਆਂ ਨੇ ਨਾ, ਸਾਡੀ ਜ਼ਿੰਦਗੀ ਬਦਲ ਸਕਦੀਆਂ ਨੇ ਜੇ ਅਸੀਂ ਇਹਨਾਂ ਦੀ ਕਮਾਈ ਕਰ ਲਈਏ। ਤੇ ਗੁਰੂ ਨਾਨਕ ਸਾਹਿਬ ਜੀ ਨੇ ਪੂਰਨੇ ਪਾਏ ਨੇ ਸਾਡੇ ਲਈ, ਕਿ ਸਾਡੇ ਵਰਗੇ ਇਤਿਹਾਸ ਜਦੋਂ ਵਾਚਣਗੇ, ਸੁਣਨਗੇ, ਪੜ੍ਹਨਗੇ, ਕਿਤੇ ਸਾਨੂੰ ਵੀ ਮੱਤ ਆ ਜਾਵੇ, ਅਸੀਂ ਵੀ ਇਸ ਢੰਗ ਦੇ ਨਾਲ ਸੇਵਾ ਕਰ ਸਕੀਏ ਕਿਤੇ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬੈਠੇ ਨੇ ਇੱਕ ਦਿਨ, ਤੇ ਮਨ ਦੇ ਵਿੱਚ ਵਿਚਾਰ ਆਈ ਹੈ ਕਿ ਚਲੋ ਫੇਰ ਅਸਲ ਦੇ ਵਿੱਚ ਜਿਹੜਾ ਹੈ ਨਾ ਪ੍ਰੀਖਿਆ ਲਈ ਜਾਵੇ। ਸਾਰੇ ਸਿੱਖ ਅਸਲ ਦੇ ਵਿੱਚ ਕਹਿ ਲਓ ਕਿ ਉਸ ਸਮੇਂ ਘਿਰੇ ਹੋਏ ਨੇ, ਤੇ ਦੋਵੇਂ ਪੁੱਤਰ ਵੀ ਸਤਿਗੁਰੂ ਜੀ ਦੇ ਪਾਸ ਬੈਠੇ ਹਨ। चौपई हुटी सुलखनी टिगते काला, कहहा बासन लीन कृपाला। ਉਸ ਵੇਲੇ ਮਾਤਾ ਸੁਲੱਖਣੀ ਜੀ ਵੀ ਕੋਲ ਮੌਜੂਦ ਨੇ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਕਹਿਣ ਦਾ ਭਾਂਡਾ ਲਿਆ ਹੈ, ਕਾਂਸ਼ੀ ਦਾ ਭਾਂਡਾ, ਭਾਵ ਕਹਿਣ ਦਾ ਭਾਂਡਾ ਆਪਣੇ ਹੱਥ ਵਿੱਚ ਲਿਆ ਹੈ। झूठ नीर कर दम गंभीरा, ते मैं डारी उगुनी गहीरा। ਨੇੜੇ ਹੀ ਕਹਿ ਲਓ ਕਿ ਗੰਦੇ ਚਿੱਕੜ ਦਾ ਕਹਿ ਲਓ ਕਿ ਪਾਣੀ ਖੜਾ ਸੀ। ਸਤਿਗੁਰੂ ਜੀ ਨੇ ਉਸ ਬਰਤਨ ਨੂੰ ਉਸ ਚਿੱਕੜ ਦੇ ਵਿੱਚ ਸੁੱਟ ਦਿੱਤਾ ਹੈ। श्री चंद सो आए सिपराही, बासन गिरियो पंख के माही। ਅਸਲ ਦੇ ਵਿੱਚ ਫਿਰ ਬਾਬਾ ਸ਼੍ਰੀ ਚੰਦ ਜੀ ਨੂੰ ਕਹਿਣ ਲੱਗੇ, ਆਗਿਆ ਕੀਤੀ ਹੈ ਪੁੱਤਰ ਜੀ, ਆ ਚਿੱਕੜ ਵਿੱਚ ਬਰਤਨ ਡਿੱਗ ਪਿਆ ਹੈ, ਇਹਨੂੰ ਕੱਢਣਾ ਕਰੋ। सो निकास आनो मम पाही, जले पखार स्वच्छ करताही। ਇਸ ਨੂੰ ਕੱਢ ਕੇ ਤੇ ਮੇਰੇ ਕੋਲ ਲਿਆਵੋ, ਤੇ ਇਹਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ ਲਿਆਉਣਾ ਹੈ। ਇਸ ਕਰਕੇ ਜਾਓ ਪੁੱਤਰ ਜੀ, ਇਸ ਭਾਂਡੇ ਨੂੰ ਤੁਸੀਂ ਚਿੱਕੜ ਵਿੱਚੋਂ ਕੱਢਣਾ ਕਰੋ। दोहरा सो सुन के बोलियो बचन, गर्भो मूले चीर। हित बासन के न करो, मलिन झूठिए नीर। ਇਹ ਸੁਣ ਕੇ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ, ਮੈਂ ਆਪਣੇ ਆ ਗਲ ਪਾਏ ਹੋਏ ਕੀਮਤੀ ਕੱਪੜੇ, ਇਹਨਾਂ ਨੂੰ ਕਿਵੇਂ ਲਪੇੜਾਂ? ਇੰਨੇ ਕੀਮਤੀ ਕੱਪੜੇ ਪਾਏ ਹੋਏ ਨੇ, ਆ ਛੋਟੇ ਜਿਹੇ ਬਰਤਨ ਦੀ ਖਾਤਰ ਮੈਂ ਇਹਨਾਂ ਨੂੰ ਮੈਲੇ ਨਹੀਂ ਕਰਾਂਗਾ, ਕਿਉਂਕਿ ਪਾਣੀ ਬੜਾ ਗੰਦਾ ਹੈ। ਇਸ ਗੰਦੇ ਪਾਣੀ ਵਿੱਚ ਮੈਂ ਨਹੀਂ ਵੜਾਂਗਾ, ਕਿਉਂਕਿ ਸੁੰਦਰ ਕੱਪੜੇ ਜਿਹੜੇ ਨੇ ਨਾ, ਸੋਹਣੇ ਕੱਪੜੇ, ਇਹ ਮਲੀਨ ਹੋ ਜਾਣਗੇ। चौपई दास सिख आगे बहु मेरे, माने बचन न करही देरे। ਅਸਲ ਦੇ ਵਿੱਚ ਮੇਰੇ ਅੱਗੇ ਬਹੁਤ ਦਾਸ ਸਿੱਖ ਨੇ, ਭਾਵ ਕਹਿਣ ਤੋਂ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ, ਮੈਂ ਕਿਸੇ ਨੂੰ ਵੀ ਕਹਾਂ ਉਹਨਾਂ ਨੇ ਮੇਰਾ ਹੁਕਮ ਮੰਨ ਲੈਣਾ, ਗੁਰੂ ਪੁੱਤਰ ਹੈ।
ਤੇ ਜਿਨ੍ਹਾਂ ਨੂੰ ਵੀ ਕਵਾਂਗਾ ਤੇ ਉਹਨਾਂ ਨੇ ਤਤਸ਼ਿਨ ਦੇ ਵਿੱਚ ਇਹ ਕੌਲਾ ਜਿਹੜਾ ਹੈ ਡਿੱਗਾ ਹੈ ਨਾ ਕਹਿੰਦਾ, ਇਹ ਬਾਹਰ ਕੱਢ ਕੇ ਤੇ ਸਾਨੂੰ ਪਕੜਾ ਦੇਣਗੇ, ਦੇਰੀ ਨਹੀਂ ਲਾਉਣਗੇ। ਤੁਸੀਂ ਹੁਕਮ ਕਰੋ, ਮੈਂ ਕਿਸੇ ਦਾਸ ਦੀ ਡਿਊਟੀ ਲਾਉਂਦਾ ਹਾਂ। आयस देव निकासे सोई मैं काढो मैं मां कटोई। ਕਹਿਣ ਲੱਗੇ ਤੁਸੀਂ ਹੁਕਮ ਕਰੋ ਮੈਂ ਕਢਵਾ ਦਿਆਂ, ਪਰ ਜੇ ਮੈਂ ਕੱਢਾਂਗਾ ਤੇ ਮੇਰੀ ਮਹਿਮਾ ਘਟ ਜਾਏਗੀ, ਭਾਵ ਇੱਜ਼ਤ ਘਟ ਜਾਏਗੀ। ਕਿ ਗੰਦਗੀ ਵਿੱਚੋਂ ਵੇਖੋ ਕਿਵੇਂ ਜਿਹੜਾ ਹੈ ਕੌਲਾ ਕੱਢਿਆ ਜਾ ਰਿਹਾ। ਹੁਣ ਇਹ ਪੂਰਨੇ ਪਏ ਜਾ ਰਹੇ ਨੇ ਸਾਡੇ ਲਈ, ਕਿਉਂਕਿ ਸਿੱਖੀ ਕਮਾਉਣੀ ਜਿਹੜੀ ਹੈ ਨਾ ਸੌਖੀ ਗੱਲ ਨਹੀਂ ਹੈ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਖੰਡਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਇਸ ਰਸਤੇ ਤੇ ਚੱਲਣਾ ਹੈ ਨਾ, ਖੰਡੇ ਦੀ ਧਾਰ ਵੇਖੀ ਹੈ ਨਾ, ਉਹ ਤੋਂ ਵੀ ਤਿੱਖੀ ਹੈ। ਚੱਲੋਗੇ ਖੰਡੇ ਦੀ ਧਾਰ ਤੇ ਮੁਸ਼ਕਲ ਹੈ, ਨਹੀਂ ਚੱਲ ਪਾਓ। ਸਿੱਖੀ ਉਹ ਤੋਂ ਵੀ ਜਿਹੜਾ ਹੈ ਕਰੜੀ ਹੈ ਕਮਾਉਣੀ, ਵਾਲੋਂ ਨਿੱਕੀ। ਹੁਣ ਕੇਸ ਕਿਤਨਾ ਕੁੰਦਾ ਹੈ, ਕਿੰਨਾ ਬਰੀਕ, ਤੇ ਗੁਰੂ ਸਾਹਿਬ ਜੀ ਕਹਿੰਦੇ ਇਹ ਤੋਂ ਵੀ ਨਿੱਕੀ ਹੈ। ਕਹਿਣ ਤੋਂ ਭਾਵ ਇਹ ਹੈ ਕਿ ਬੜਾ ਸੰਭਲ ਕੇ ਚੱਲਣਾ ਪਏਗਾ ਜੇ ਅਸੀਂ ਕਮਾਈ ਕਰਨੀ ਹੈ। ਜੇ ਅਸੀਂ ਗੁਰੂ ਨੂੰ ਰਝਾਉਣਾ ਹੈ, ਖੁਸ਼ ਕਰਨਾ ਹੈ, ਪ੍ਰਸੰਨ ਕਰਨਾ ਹੈ। ਕਿਸੇ ਵੀ ਸਿੱਖ ਨੂੰ ਹੁਕਮ ਕਰਦੇ ਮਾਲਕ ਜ਼ੋਰ ਦੇ ਨਾਲ, ਤਾੜਨਾ ਲਾ ਕੇ, ਗੁੱਸੇ ਨਾਲ ਕੋਈ ਵੀ ਕੱਢ ਦਿੰਦਾ ਅਗਲਾ। ਪਰ ਇੱਥੇ ਪਰਖ ਚੱਲ ਰਹੀ ਹੈ, ਤੇ ਪਰਖ ਜਿਹੜੀ ਹੈ ਗੁਰੂ, ਕਮਾਲ ਦੀ ਗੱਲ ਇਹ ਹੈ ਕਿ ਆਪਣੇ ਪੁੱਤਰਾਂ ਤੋਂ ਸ਼ੁਰੂਆਤ ਕਰਦੇ ਨੇ। ਸਿੱਖਾਂ ਦੀ ਬਾਤ ਦੇ ਵਿੱਚ ਗੱਲ ਹੈ ਕਿ ਕੱਲ ਨੂੰ ਇਹ ਨਾ ਕੋਈ ਕਵੇ ਕਿ ਲਓ ਜੀ ਇਹ ਪੁੱਤਰਾਂ ਦੀ ਤੇ ਪਰਖ ਹੀ ਨਹੀਂ ਲਈ ਗੁਰੂ ਸਾਹਿਬ ਜੀ ਨੇ, ਪਹਿਲਾਂ ਲੈ ਰਹੇ ਨੇ, ਫਿਰ ਸਿੱਖਾਂ ਦੀ ਵਾਰੀ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਕਹਿੰਦੇ, ਮੇਰੀ ਮਹਿਮਾ ਘਟ ਜਾਏਗੀ, ਇਸ ਲਈ ਤੁਸੀਂ ਹੁਕਮ ਕਰੋ, ਮੈਂ ਕਿਸੇ ਤੋਂ ਕਟਵਾ ਦੇਣਾ ਹਾਂ। इस प्रकार सुन के जगन्नाथा बोले पुन दूसर सुख साथा। ਲਖਮੀ ਦਾਸ ਜੀ ਨੂੰ ਬੋਲੇ ਨੇ ਫਿਰ ਸਤਿਗੁਰੂ ਜੀ, ਕਹਿੰਦੇ ਲਖਮੀ ਦਾਸ ਤੁਸੀਂ ਥੋੜਾ ਗਾਂਹ ਹੋਵੋ। लक्ष्मी दास लिखा सो जाई मांजो सुच करिए ते ताई। ਤੁਸੀਂ ਕੱਢ ਕੇ ਲਿਆਓ, ਉਸ ਨੂੰ ਚੰਗੀ ਤਰ੍ਹਾਂ ਮਾਂਜ ਕੇ ਸੁੱਚਾ ਕਰੋ। ਜਾਓ, ਜਾ ਕੇ ਗੰਦਗੀ ਵਿੱਚੋਂ ਇੱਕ ਕਹਿਣ ਦਾ ਭਾਂਡਾ ਕੱਢੋ। सुनत शौन तिन बैन बखाने पित जी तुम हो अधिक सियाने। ਇਹ ਸੁਣ ਕੇ ਤੇ ਲਖਮੀ ਦਾਸ ਜੀ ਕਹਿਣ ਲੱਗੇ, ਪਿਤਾ ਜੀ ਤੁਸੀਂ ਬਹੁਤ ਸਿਆਣੇ ਹੋ। मंद काम हम पे करवावो सब लोकन में मान खटावो। ਮੈਲਾ ਕੰਮ ਦੱਸੋ ਸਾਡੇ ਤੋਂ ਕਰਵਾ ਰਹੇ ਜੋ ਤੁਸੀਂ। ਹੁਣ ਇਸੇ ਜਗ੍ਹਾ ਤੇ ਆਪਣੇ ਆਪ ਨੂੰ ਰੱਖਣਾ ਨਾਲ। ਕਿਸੇ ਵੀ ਸਿੱਖਿਆ ਨੂੰ ਲੈਣ ਵੇਲੇ ਨਾ ਅਸੀਂ ਜਿਹੜਾ ਹੈ ਉੱਥੇ ਆਪਣੇ ਆਪ ਨੂੰ ਹਾਜ਼ਰ ਰੱਖੀਏ, ਫਿਰ ਆਪਣੇ ਆਪ ਹੀ ਸਮਝ ਆਉਂਦੀ ਜਾਏਗੀ ਕਿ ਮੈਂ ਕਿੱਥੇ ਕਿਸ ਪ੍ਰਕਾਰ ਦਾ ਹਾਂ। ਭਾਵੇਂ ਮੈਂ ਹਾਂ, ਤੁਸੀਂ ਹੋ, ਕੋਈ ਵੀ ਹੈ, ਸਿੱਖਿਆ ਫਿਰ ਅਸਰ ਕਰਦੀ ਹੈ ਜਾ ਕੇ ਅੰਦਰ। ਜੇ ਕੰਨ ਰਸ ਬਣਾਓਗੇ ਤੇ ਸੁਣ ਕੇ ਚਲੇ ਜਾਓਗੇ ਜੀ ਹਾਂਜੀ ਕੱਪੜੇ ਧੋਣ ਦੀ ਸਾਖੀ ਸੁਣੀ, ਅੱਜ ਗੰਦਗੀ ਵਿੱਚੋਂ ਭਾਂਡਾ ਕੱਢਣ ਦੀ ਸਾਖੀ ਸੁਣੀ, ਬਸ ਉਹ ਕੰਨ ਰਸ ਹੈ, ਇੱਕ ਸੁਣ ਲਈ, ਇੰਨਾ ਬਹੁਤ ਹੈ।
ਪਰ ਇਤਿਹਾਸ ਨੂੰ, ਗੁਰੂ ਕੀ ਬਾਣੀ ਨੂੰ ਜਦੋਂ ਵੀ ਅਸੀਂ ਵਾਚੀਏ, ਪੜ੍ਹੀਏ, ਸਮਝੀਏ, ਤੇ ਉਦੋਂ ਅਸੀਂ ਉੱਥੇ ਆਪਣੇ ਆਪ ਨੂੰ ਹਾਜ਼ਰ ਰੱਖੀਏ ਕਿ ਮਨਾ ਤੂੰ ਇਸ ਅਵਸਥਾ ਦਾ ਮਾਲਕ ਬਣਿਆ ਹੈ ਕਿ ਨਹੀਂ ਬਣਿਆ, ਤੂੰ ਇੱਦਾਂ ਦਾ ਹੈ ਕਿ ਇੱਦਾਂ ਦਾ ਹੈ, ਸਮਝ ਆ ਜਾਏਗੀ। ਬਾਬਾ ਲਖਮੀ ਦਾਸ ਜੀ ਕਹਿਣ ਲੱਗੇ, ਸਾਡੇ ਤੋਂ ਤੁਸੀਂ ਇਹ ਮੈਲਾ ਕੰਮ ਕਰਾ ਰਹੇ ਹੋ, ਸਾਡਾ ਮਾਣ ਘਟਾਉਂਦੇ ਹੋ, ਮਾਣ ਘਟ ਰਿਹਾ ਸਾਡਾ, ਅਸੀਂ ਗੁਰੂ ਪੁੱਤਰ ਹਾਂ, ਇਸ ਲਈ ਲੋਕਾਂ ਦੇ ਵਿੱਚ ਸਾਡੀ ਰਿਸਪੈਕਟ ਹੈ, ਸਾਡੀ ਇੱਜ਼ਤ ਹੈ, ਤੇ ਅਸੀਂ ਇਹੋ ਜਿਹਾ ਕੰਮ ਕਰਾਂਗੇ ਤੇ ਸ਼ੋਭਾ ਥੋੜੀ ਦੇਵੇਗਾ। इसी प्रकार तुम्हार स्वभाव कहो आप हम करे न काऊ। ਇਸ ਪ੍ਰਕਾਰ ਦਾ ਤੁਹਾਡਾ ਜਿਹੜਾ ਨਾ ਸੁਭਾਅ ਹੈ, ਆਪ ਕਹਿੰਦੇ ਹੋ ਪਰ ਅਸੀਂ ਕਦੇ ਕਰਦੇ ਨਹੀਂ। तब लहने दिश कृपा निधाना अवलोक्यो अस बचन बखाना। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਆਪਣੇ ਅਨੰਨ ਪਿਆਰੇ ਸਿੱਖ ਵੱਲ ਤੱਕਿਆ ਹੈ। ਬਾਬਾ ਲਹਿਣਾ ਜੀ ਵੱਲੇ ਆਪਣੀ ਨਜ਼ਰ ਪਾਈ ਹੈ। महापाद कर दम के माही जाय निकास स्वच्छ करताही। ਵੱਡੇ ਭਾਗਾ ਵਾਲੇ ਨੇ ਉਸੇ ਵੇਲੇ ਜਿਹੜਾ ਨਾ ਚਿੱਕੜ ਦੇ ਵਿੱਚੋਂ ਉਹ ਕਹੇ ਦਾ ਕਹਿ ਲੋ ਕਿ ਬਰਤਨ ਕੱਢ ਕੇ ਸਾਫ਼ ਕਰਕੇ ਜਿਹੜਾ ਹੈ ਨਾ ਹੁਣ ਲਿਆਉਣਾ ਹੈ। ਗੁਰੂ ਸਾਹਿਬ ਜੀ ਨੇ ਹੁਕਮ ਕੀਤਾ, करबो मूले चीर सुहाई सुन आए सिने देर लगाई। ਭਾਈ ਲਹਿਣਾ ਜੀ ਨੇ ਅਸਲ ਦੇ ਵਿੱਚ ਬਹੁਤ ਬੇਸ਼ੁਮਾਰ ਕੀਮਤੀ ਜਿਹੜਾ ਨਾ ਪੁਸ਼ਾਕ ਪਾਈ ਹੋਈ ਸੀ ਉਸ ਸਮੇਂ, ਪਰ ਗੁਰੂ ਸਾਹਿਬ ਜੀ ਦੀ ਆਗਿਆ ਸੁਣ ਕੇ ਰਤਾ ਵੀ ਦੇਰ ਨਹੀਂ ਲਗਾਈ। कूद परियो कर दम के माही आयस अनुसारी प्रण जानी। ਉਸੇ ਵੇਲੇ ਉਸ ਚਿੱਕੜ ਦੇ ਵਿੱਚ ਛਲਾਂਗ ਮਾਰ ਦਿੱਤੀ ਹੈ, ਤੇ ਆਗਿਆ ਮੰਨਣਾ ਜਿਹੜਾ ਹੈ ਉਹ ਸਿੱਖ ਦਾ ਕਹਿ ਲੋ ਕਿ ਪਰਮ ਧਰਮ ਹੈ। ਤੇ ਗੁਰੂ ਦੇ ਹੁਕਮ ਮੁਤਾਬਕ ਆਪਣੇ ਵਸਤਰਾਂ ਦੀ ਨਾ ਪਰਵਾਹ ਕਰਦਿਆਂ ਹੋਇਆਂ ਜਾਂ ਇਹ ਲੋਕਾਚਾਰੀ ਦੀ ਨਾ ਪਰਵਾਹ ਕਰਦਿਆਂ ਹੋਇਆਂ ਬਾਬਾ ਲਹਿਣਾ ਜੀ ਉਸ ਚਿੱਕੜ ਦੇ ਵਿੱਚ ਵੜ ਗਏ ਹਨ। बासन को निकास ले आवा मांझ बखारे पलो बनावा। ਬਰਤਨ ਨੂੰ ਉਸ ਕਹਿੰਦੇ ਭਾਂਡੇ ਨੂੰ ਬਾਹਰ ਕੱਢਿਆ ਤੇ ਧੋ ਮਾਂਜ ਕੇ ਬਣਾ ਕੇ ਜਿਹੜਾ ਹੈ ਨਾ ਬਰਤਨ ਸਤਿਗੁਰੂ ਜੀ ਦੇ ਸਾਹਮਣੇ ਆ ਕੇ ਰੱਖਿਆ ਹੈ। पंख संग पट पई मलीना अंग न लगे उजात न चीना। ਚਿੱਕੜ ਦੇ ਨਾਲ ਕੱਪੜੇ ਜਿਹੜਾ ਲਿਬੜ ਗਏ ਨੇ ਤੇ ਐਸੇ ਅੰਗ ਜਿਹੜਾ ਹੈ ਚਿੱਕੜ ਨਾਲ ਲਿਬੜ ਗਏ ਕਿ ਬਾਬਾ ਲਹਿਣਾ ਜੀ ਕਹਿ ਲੋ ਕਿ ਪਛਾਣੇ ਨਹੀਂ ਗਏ। ਇਹ ਥੋੜੀ ਕਿ ਹਾਂ ਥੋੜਾ ਜਿਹਾ ਪਾਣੀ ਵਗਿਆ ਹੋਏਗਾ ਉਹਦੇ ਵਿੱਚ ਕੋਲਾ ਸੁੱਟਿਆ ਹੋਏਗਾ, ਇਦਾਂ ਤੇ ਨਹੀਂ ਨਾ। ਪਰਖ ਲੈਣੀ, ਬੰਦਾ ਉਸ ਜਗ੍ਹਾ ਤੇ ਵੜੇ ਜਿੱਥੇ ਜਿਹੜਾ ਕਹਿ ਲੋ ਕਿ ਪੂਰਾ ਹੀ ਲਿਬੜ ਜਾਵੇ ਇੱਕ ਹਿਸਾਬ ਦੇ ਨਾਲ। ਇਹ ਥੋੜੀ ਕਿ ਪਾਣੀ ਵਹਿ ਰਿਹਾ ਉੱਥੇ ਸੁੱਟ ਦਿੱਤਾ ਕੌਲਾ ਤੇ ਭਾਈ ਕੱਢ ਲਿਆਓ, ਅਗਲਾ ਤੇ ਬਾਹਰੋਂ ਵੀ ਕੱਢ ਸਕਦਾ, ਪਰ ਇਹ ਪਰਖ ਹੈ ਇੱਕ। ਤੇ ਉਸ ਜਗ੍ਹਾ ਤੇ ਪਰਖ ਲਈ ਹੋਏਗੀ ਸਤਿਗੁਰੂ ਜੀ ਨੇ ਜਿੱਥੇ ਕਹਿ ਲਓ ਕਿ ਬਹੁਤ ਡੂੰਘਾ ਖੱਡਾ ਤੇ ਬਹੁਤ ਜ਼ਿਆਦਾ ਜਿਹੜਾ ਚਿੱਕੜ ਹੋਏਗਾ, ਪਾਣੀ ਦੀ ਇਕੱਤਰਤਾ ਹੋਏਗੀ। ਤੇ ਇਹੋ ਹੀ ਕਾਰਨ ਸਾਰੇ ਕੱਪੜੇ ਜਿਹੜੇ ਨੇ ਬਾਬਾ ਲਹਿਣਾ ਜੀ ਦੇ ਉਹ ਮਲੀਨ ਹੋ ਗਏ ਹਨ। ਸਰਬ ਬਿਲੋਕ ਬਿਸਮਤਾ ਠਾਨੀ ਤਨ ਤਨ ਕਹਿ ਕੇ ਤਿਕ ਬਾਣੀ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਬੜੀ ਮਿਹਰ ਭਰੀ ਨਜ਼ਰ ਦੇ ਨਾਲ ਤੱਕਿਆ ਹੈ। ਤੇ ਜਿਹੜੇ ਸ਼ਰਧਾਲੂ ਸਨ, ਕਈ ਤੇ ਸ਼ੰਕਾਵਾਦੀ ਹੁੰਦੇ ਨੇ, ਤਰਕ ਵਾਲੇ ਹੁੰਦੇ ਨੇ, ਤੇ ਕਈ ਜਿਹੜਾ ਹੈ ਕਹਿ ਲੋ ਕਿ ਲੰਗਰ ਪਾਣੀ ਛਕਣ ਵਾਲੇ। ਆਪਾਂ ਪਿੱਛੇ ਸਾਖੀ ਸਰਵਣ ਕੀਤੀ, ਗੁਰੂ ਸਾਹਿਬ ਜੀ ਨੇ ਇੱਕ ਦਿਨ ਹੀ ਲੰਗਰ ਬੰਦ ਕੀਤਾ ਸੀ, ਦੌੜ ਗਏ ਆਪੋ ਆਪਣੇ ਘਰਾਂ ਨੂੰ। ਪਰ ਜਿਹੜੇ ਪੂਰਨ ਸ਼ਰਧਾ ਰੱਖਦੇ ਸਨ ਉਹਨਾਂ ਨੇ ਬਾਬਾ ਲਹਿਣਾ ਜੀ ਨੂੰ ਧੰਨ ਕਿਹਾ ਕਿ ਭਾਈ ਤੂੰ ਧੰਨ ਹੈ, ਤੇਰੀ ਸਿੱਖੀ ਧੰਨ ਹੈ, ਤੇਰੀ ਕਮਾਈ ਧੰਨ ਹੈ, ਤੂੰ ਧੰਤਾ ਦੇ ਯੋਗ ਹੈ। ਗੁਰ ਸਿੱਖੀ ਤਿੱਖੀ ਅਸੂ ਤੇ
मानस नर जी जाए पहुँचे। ਕਹਿੰਦੇ ਨੇ ਕਿ ਸਿੱਖੀ ਜਿਹੜੀ ਹੈ ਨਾ ਤਲਵਾਰ ਨਾਲੋਂ ਵੀ ਤਿੱਖੀ ਹੈ, ਤੇ ਉਹ ਮਨੁੱਖ ਧਨ ਨੇ ਜਿਹੜੇ ਸਿੱਖੀ ਤੱਕ ਪਹੁੰਚ ਗਏ ਨੇ। ਇਹਦਾ ਭਾਵ ਇਹ ਹੋਇਆ, ਇਹੋ ਹੀ ਕਾਰਨ ਹੈ ਕਿ ਅਸੀਂ ਰੋਜ਼ ਮੰਗਦੇ ਹਾਂ। ਹਾਲਾਂਕਿ ਅਸੀਂ ਆਪਣੇ ਆਪ ਨੂੰ ਕਹਿੰਦੇ ਅਸੀਂ ਗੁਰੂ ਕੇ ਸਿੱਖ ਹਾਂ, ਜ਼ੁਬਾਨੋਂ ਕਹੋ ਕਮਾਈ ਦੀ ਗੱਲ, ਅਸੀਂ ਰੋਜ਼ਾਨਾ ਮਾਲਕਾ ਸਿੱਖਾਂ ਨੂੰ ਸਿੱਖੀ ਦਾ, ਕਿਉਂਕਿ ਅਸੀਂ ਪਹਿਲਾਂ ਸਿੱਖ ਬਣ ਜਾਈਏ ਨਾ, ਸਿੱਖੀ ਦੀ ਕਮਾਈ ਕਰ ਲਈਏ। ਤੇ ਸਿੱਖੀ ਦੀ ਕਮਾਈ ਵਾਸਤੇ ਫਿਰ ਸਾਨੂੰ ਕੀ ਕਰਨਾ ਪਏਗਾ? ਕੇਸ ਦਾਨ। ਮਾਲਕਾ ਕਿਰਪਾ ਕਰ, ਕੇਸਾਂ ਦੀ ਦਾਤ ਬਖਸ਼। ਤੇ ਕੇਸ ਇਹ ਨਹੀਂ ਕਿ ਹਾਂ ਅਸਲ ਦੇ ਵਿੱਚ ਜੂੜਾ ਹੀ ਰੱਖ ਲਿਆ ਕੇਵਲ। ਪਰਮਾਤਮਾ ਵੱਲੋਂ ਜੋ ਬਖਸ਼ਿਸ਼ ਹੋਈ ਹੈ ਨਾ ਸੰਪੂਰਨ ਸਰੀਰ ਤੇ, ਉਹ ਸਾਰੇ ਕੇਸਾਂ ਦੀ ਸੰਭਾਲ ਕਰਨੀ। ਇੱਥੋਂ ਤੱਕ ਵੀ ਬੇਨਤੀ ਕਰਦਿਆਂ ਕਹਿ ਲਓ ਕਿ ਇਸ ਪੈਰ ਦੇ ਅੰਗੂਠੇ ਤੋਂ ਲੈ ਕੇ ਉੱਪਰ ਜੂੜੇ ਤੱਕ, ਸਿਰ ਤੱਕ, ਜਿਤਨੇ ਵੀ ਪਰਮਾਤਮਾ ਨੇ, ਕਿਉਂਕਿ ਰੱਬ ਕੋਈ ਅਭੁੱਲ ਨਹੀਂ ਹੈ, ਉਹਨੇ ਕੋਈ ਭੁੱਲ ਥੋੜ੍ਹੀ ਕੀਤੀ। ਦਾੜਾ ਤੁਹਾਨੂੰ ਵੀ ਦੇ ਸਕਦਾ ਸੀ, ਨਹੀਂ ਦਿੱਤਾ ਉਹਨੇ। ਰੱਬ ਨੇ ਜੋ ਜਿਸ ਪ੍ਰਕਾਰ ਦੀ ਬਣਤਰ ਬਣਾਈ ਹੈ ਨਾ ਸਰੀਰ ਦੀ, ਅਸਲ ਦੇ ਵਿੱਚ ਉਹਨੂੰ ਅਸੀਂ ਸਿਰ ਮੱਥੇ ਮੰਨੀਏ। ਤੇ ਜਿੱਥੇ ਮਨੁੱਖ ਦਾ ਵਾਹ ਪੈਂਦਾ ਹੈ ਨਾ, ਇਹਦੀ ਚੱਲਦੀ ਹੈ, ਉੱਥੇ ਇਹ ਚੰਗੀ ਤਰ੍ਹਾਂ ਚਲਾਉਂਦਾ ਹੈ। ਤੇ ਮੈਂ ਤਾਂ ਕਈ ਵਾਰ ਇਹ ਬੇਨਤੀ ਵੀ ਕੀਤੀ, ਤੁਹਾਨੂੰ ਚੇਤਾ ਵੀ ਹੋਏਗਾ, ਕਦੀ ਅਸੀਂ ਆਪਣੇ ਨੱਕ ਨੂੰ ਕੰਨ ਦੀ ਜਗ੍ਹਾ 'ਤੇ ਨਹੀਂ ਲਾਇਆ ਤੇ ਕੰਨਾਂ ਨੂੰ ਨੱਕ ਦੀ ਜਗ੍ਹਾ 'ਤੇ ਨਹੀਂ ਲਾਇਆ। ਹੈ ਹਿੰਮਤ ਤੁਹਾਡੇ 'ਚ? ਆਪਣੇ 'ਚ ਹਿੰਮਤ ਹੈਗੀ? ਨਹੀਂ, ਕਿਉਂਕਿ ਉੱਥੇ ਵਾਹ ਹੀ ਨਹੀਂ ਚੱਲਦਾ। ਰੱਬ ਨੇ ਜੋ ਅੰਗ ਦਿੱਤੇ ਨੇ, ਅਸੀਂ ਉਹਨਾਂ ਅੰਗਾਂ ਦੀ ਫੇਰ ਬਦਲ ਨਹੀਂ ਕਰਦੇ, ਕਿਉਂਕਿ ਸਾਡੀ ਤਾਕਤ ਹੀ ਨਹੀਂ। ਜਿੱਥੇ ਚੱਲਦੀ ਹੈ ਸਾਡੀ, ਉੱਥੇ ਅਸੀਂ ਬਾਖੂਬੀ ਚਲਾਉਂਦੇ ਹਾਂ। ਸਿੱਖੀ ਦੀ ਕਮਾਈ ਇੱਦਾਂ ਨਹੀਂ ਹੋ ਸਕਦੀ ਕਿ ਗੁਰੂ ਨਾਨਕ ਜਿਹੜਾ ਮਾਲਕ ਜੀ ਤੁਹਾਡੇ 'ਤੇ ਐਵੇਂ ਹੀ ਟੁੱਟ ਪਏਗਾ, ਨਹੀਂ। ਇਹਨਾਂ ਨੂੰ ਅਸੀਂ ਮੰਗਦੇ ਹਾਂ ਨਾ ਜਿਹੜੇ ਦਾਨ ਗੁਰੂ ਸਾਹਿਬ ਜੀ ਕੋਲੋਂ, ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੈਕਟੀਕਲ ਤੌਰ 'ਤੇ ਲੈ ਕੇ ਆਈਏ। ਗੁਰੂ ਸਾਹਿਬ ਜੀ ਸਾਨੂੰ ਸਿੱਖੀ ਕਮਾਉਣੀ ਆ ਜਾਵੇ, ਅਤੇ ਸਿੱਖੀ ਕਮਾਉਣ ਵਾਸਤੇ ਸਾਨੂੰ ਕੇਸ ਵੀ ਦੇ ਦਿਓ, ਰਹਿਤ ਦੇ ਦਿਓ, ਵਿਵੇਕ ਦੇ ਦਿਓ, ਵਿਸਾਹ ਦੇ ਦਿਓ, ਭਰੋਸਾ ਦਿਓ ਸਾਨੂੰ, ਅਤੇ ਨਾਮ ਦੀ ਦਾਤ ਦੇ ਦਿਓ। ਫਿਰ ਅੱਗੇ ਗੱਲ ਵੱਧਦੀ। ਤੇ ਆਪਾਂ ਤੇ ਆਪਣੇ ਮਨ ਦੇ ਵਿੱਚ ਸੋਚੋ, ਮੈਂ ਇਸ ਲਾਇਕ ਨਹੀਂ ਕਿ ਮੈਂ ਕਿਸੇ 'ਤੇ ਉਂਗਲ ਚੁੱਕਾਂ ਜਾਂ ਕਿਸੇ ਨੂੰ ਇਹ ਗੱਲ ਕਹਾਂ ਕਿ ਤੁਸੀਂ ਜਿਹੜਾ ਸਿੱਖੀ ਨਹੀਂ ਕਮਾਉਂਦੇ। ਮੈਂ ਇਸ ਲਾਇਕ ਨਹੀਂ, ਕਿਉਂਕਿ ਮੈਂ ਵੀ ਚੱਲਣ ਦਾ ਯਤਨ ਕਰ ਰਿਹਾ ਕਿ ਮੈਂ ਕਹਾਂ ਮੈਂ ਸਿੱਖੀ ਕਮਾ ਰਿਹਾ। ਅਰਜ਼ੋਈ ਕਰੀ ਦੀ ਮਾਲਕ ਕੇ, ਭੁੱਲਦੇ ਹਾਂ ਤੂੰ ਬਖਸ਼ਿੰਦ ਹੈ, ਕਿਰਪਾ ਕਰੀ। ਤੇ ਬਾਬਾ ਲਹਿਣਾ ਜੀ ਦਾ ਸਮੁੱਚਾ ਜੀਵਨ ਅੱਜ ਤੱਕ ਜਿਹੜਾ ਗਹੁ ਦੇ ਨਾਲ ਵਾਚਿਆ ਹੈ ਨਾ, ਦਾਸ ਨੇ ਆ ਤੁਸੀਂ ਸੁਣਿਆ ਹੈ, ਤੇ ਇਹਦੇ ਵਿੱਚ ਤੁਸੀਂ ਜਿਹੜਾ ਹੈ ਕਈ ਗੱਲਾਂ ਸਿੱਖਣ ਵਾਲੀਆਂ ਜੋ ਨੇ ਉਹ ਬੜੀਆਂ ਮਹੱਤਵਪੂਰਨ ਨੇ ਸਾਡੇ ਵਾਸਤੇ। ਅਸੀਂ ਜੇ ਕਮਾਈ ਕਰਨੀ ਹੈ ਤੇ ਇੱਥੇ ਜਿਹੜਾ ਹੈ ਇਹ ਕਮਾਈ ਜਿਹੜੀ ਹੈ, ਕਹਿੰਦੇ ਕਿ ਸਿੱਖੀ ਜਿਹੜੀ ਹੈ ਨਾ ਤਲਵਾਰ ਨਾਲੋਂ ਤਿੱਖੀ ਹੈ। ਉਹ ਧਨ ਨੇ ਜਿਹੜੇ ਸਿੱਖ ਸਿੱਖੀ ਤੱਕ ਪਹੁੰਚ ਗਏ ਨੇ। ਗੁਰੂ ਦੀ ਗੱਲ ਹੀ ਨਹੀਂ ਅਜੇ, ਗੁਰੂ ਤੱਕ ਪਹੁੰਚ ਦੀ ਗੱਲ ਹੀ ਨਹੀਂ ਅਜੇ। ਕਹਿਣ ਲੱਗੇ ਉਹ ਧਨ ਨੇ ਜਿਨ੍ਹਾਂ ਨੇ ਸਿੱਖੀ ਕਮਾ ਲਈ। ਇਸ ਤੋਂ ਬਾਅਦ ਫਿਰ ਗੱਲ ਬਣਦੀ ਹੈ ਹੌਲੀ ਹੌਲੀ। ਇਸ ਕਰਕੇ ਉਹ ਧਨ ਨੇ
जिन्हों ने सिखी तक पहुँच कर ली है। अधिक प्रसिद्ध कृपा निदाना मृदुल सुमत सो बचन बखाना। गुरु साहब जी ने वेख के जिहड़ा है ना बड़ी रहमत की, बड़े खुश होए ने। बाबा लहणा जी ने फिर बचन किया है, तोरा कर जोरी करतार को बंधन कर सिर न्याय। तब समता ने अपर में अत उतंग पद पाए। हाथ जोड़ के करतार नूं सिर नवा के बंदना करो। गुरु नानक साहब जी कहते हाथ जोड़ो। वेखो इत्थे गुरु साहब जी की वडियाई। ये नहीं कहा कि मेरे अगे हाथ जोड़ो तो मैनू वंदना करो। अदब दे नाल झुकदे ने सारे गुरु साहब जी दे अगे, पर इत्थे गुरु साहब जी ने वचन ये वरते ने कि हाथ जोड़ो, करतार अगे अपना सिर नवाओ, उहदे अगे वंदना करो। तुहाडी बराबरी होर कोई कर ही नहीं सकता। तुसीं बहुत वड्डी पदवी जिहड़ा है प्राप्त करोगे। चौपाई सुन लहणे गए पद अरबिंदा तरियो शीस लहर दे आनंद। ये सुन के भाई लहणा जी ने गुरु साहब जी के चरणों ते मत्था टेक के मालक दे सोहणे चरण जिहड़े ना पकड़ लै ते हिरदे विच बड़ा खुश होया। अज बड़ा आनंद कह लो कि जिंदगी विच आ गया, बख्शिश हो गई। बहुरो कितक बितायो काला से वैश्री गुरु चरण रसाला। इस प्रकार सतगुरु गुरु नानक पातशाह महाराज गुरु के सिखा ने भाई लहणा जी ने होर समा जिहड़ा बतीत किया। सेवा सिमरन करदियां गुरु साहब जी के चरणों विच रहिंदियां बाबा लहणा जी का जीवन जिहड़ा इस प्रकार बतीत होया है। एक दिन बूढ़े के मन आई हों पे सेव करो अधिकारी। एक दिन जिहड़ा ना बाबा बुढ़ा साहब जी उस समय बूढ़े के रूप अंदर सन। मन दे विच विचार आया कि सेवा तो आपां भी करते हैं, सेवा तो करते हैं, असी आग्या अनुसार भी रहिंदे हाँ। सदा रहो आए से अनुसारी तदप कृपा लहणे पर पारी। पर रहमत जादी बाबा लहणा जी दे वल्ले क्यों है? मन दे विच विचार आ गए की कारण कि नदरे रहमत गुरु नानक साहब जी दी ज़्यादा बाबा लहणा जी दे ऊपर है। अंतर जामी श्री गुरु जानी तिसके परखन की विद हानि। दिलां दियां जानन वाले सतगुरु गुरु नानक पातशाह महाराज हुण एक परख जिहड़ी है होर रखी है कि इहदा लफ्जी समझावांगे ते अगले ने नहीं समझना, किसी ने परख रख दी। एक परख होर सतगुरु जी ने रख दी है। उते निसा एक ए द्वे पासा बोले बचन तबे सुख रासा। एक दिन बाबा लहणा जी भी ने, बाबा बूढ़ा जी भी ने, बाबा बुढ़ा साहब दोवें ने, दोवें गुरु नानक पातशाह महाराज जी दे कोल सन। गुरु साहब जी ने उत्थे बचन किया है, बूढ़े बहर निकस के देख कितक जामिनी है अभिषेक। हे बूढ़े बाहर निकल के वेख किन्ने पहर रात जिहड़ा हुण बाकी है। जेती रही बतावो सोई काल स्नान पयो के ना हो। जिन्नी रहिंदी है वो तुसी दसो, स्नान करन दा समा होया है कि नहीं होया है? जाओ बाहर जाके वेखो, क्योंकि उस समय कह लो कि चंद्रमे नूं वेख के या तारियां नूं वेख के ये अंदाज़ा लगाया जाता सी कि हाँ, क्योंकि बजुर्ग उस समय समा ये माप लेंदे हुंदे सन, घड़ियां ते हुंदियां नहीं सी, ते इदां ही जिहड़ा समा मापिया जाता सी ते घड़ियां दी बनतर ही वखरी हुंदी सी उस समय। अज दरबार साहब जाओ उत्थे लगी हुई घड़ी, शायद देखी है किसी ने कि नहीं देखी, पुराने समय की लगी हुई है जो समा दसदी है सूरज दे नाल। जो सूरज की कह लो कि परिक्रमा होंदी है धरती के दुआले घूमता है, जो समय मुताबक
ਉਹ ਦੱਸਦੀ ਹੈ ਘੜੀ। ਸੋ ਕਹਿਣ ਲੱਗੇ ਜਾਓ ਬਾਹਰ ਜਾ ਕੇ ਤੁਸੀਂ ਜਿਹੜਾ ਸਮਾਂ ਦੱਸਣਾ ਕਰੋ। निकस्यो बूढ़ा देख बताई अर्ध निशा अब है गतदाई। ਬਾਹਰ ਨਿਕਲੇ ਨੇ ਬਾਬਾ ਬੁੱਢਾ ਜੀ। ਕਹਿਣ ਲੱਗੇ ਅੱਧੀ ਕੁ ਰਾਤ ਜਿਹੜੀ ਨਾ ਉਹ ਬਤੀਤ ਹੋ ਗਈ ਹੈ। गुरु कहियो एती अब नाही एक जाम जामनी आही। ਇਸ ਪ੍ਰਕਾਰ ਗੁਰੂ ਸਾਹਿਬ ਜੀ ਕਹਿਣ ਲੱਗੇ ਇੰਨੀ ਹੁਣ ਨਹੀਂ ਹੈ, ਇੱਕ ਪਹਿਰ ਹੀ ਰਾਤ ਜਿਹੜੀ ਹੈ ਉਹ ਬਾਕੀ ਰਹਿ ਗਈ ਹੈ। पली प्रकार बिलोक बहोरी देहो बताए कोई मत पोरी। ਚੰਗੀ ਤਰ੍ਹਾਂ ਦੁਬਾਰਾ ਵੇਖੋ, ਫਿਰ ਜਿਹੜਾ ਹੈ ਅਸਲ ਦੇ ਵਿੱਚ ਸਾਨੂੰ ਆ ਕੇ ਦੱਸਣਾ ਕਰੋ। तब बूढ़े बिखनी की पाती कयो प्रभु जी आदि राती। ਫਿਰ ਬਾਬਾ ਬੁੱਢਾ ਸਾਹਿਬ ਜੀ ਕਹੇ ਨੇ, ਕਿਉਂਕਿ ਉਸ ਸਮੇਂ ਆਈ ਸਨ ਅਜੇ, ਇੰਨੀ ਉੱਚੀ ਅਵਸਥਾ ਕਹਿ ਲਓ ਕਿ ਨਹੀਂ, ਕਿਉਂਕਿ ਜਿਉਂ-ਜਿਉਂ ਸੰਗਤ ਕੀਤੀ ਹੈ ਤਿਉਂ-ਤਿਉਂ ਅੰਦਰ ਜਿਹੜਾ ਹੈ ਉਹ ਅਵਸਥਾ ਵਧੀ ਹੈ, ਤੇ ਉਹਨਾਂ ਦੀ ਵੀ ਇਹ ਪਰਖ ਹੈ ਕਹਿ ਲਓ ਕਿ। ਤੇ ਕਹਿਣ ਲੱਗੇ ਮੈਂ ਚੰਗੀ ਤਰ੍ਹਾਂ ਵੇਖ ਆਇਆ ਗੁਰੂ ਸਾਹਿਬ ਜੀ ਅੱਧੀ ਰਾਤ ਹੈ। जाम नहीं मैं देखी नीके सुन बोले प्रिय सिखन जी। ਇੱਕ ਪਹਿਰ ਨਹੀਂ, ਮੈਂ ਚੰਗੀ ਤਰ੍ਹਾਂ ਵੇਖਿਆ ਤੇ ਸਿੱਖਾਂ ਦੇ ਪਿਆਰੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਫਿਰ ਇਹ ਸੁਣ ਕੇ ਬੋਲੇ ਹਨ। देखे जाम जामनी होई तैने पिकी पली बिद। ਕਹਿਣ ਲੱਗੇ ਇੱਕ ਹੀ ਪਹਿਰ ਹੈ, ਤੂੰ ਚੰਗੀ ਤਰ੍ਹਾਂ ਵੇਖਿਆ ਨਹੀਂ। बहुरो बूढ़े देख आकाशा अर्ध रात्र अब है सुख रासा। ਫਿਰ ਭਾਈ ਬੂढ़ੇ ਜੀ ਨੇ ਆਕਾਸ਼ ਵੱਲੇ ਵੇਖਿਆ ਤੇ ਕਿਹਾ, ਗੁਰੂ ਸਾਹਿਬ ਜੀ ਉਹ ਵੇਖੋ ਹੁਣ ਅੱਧੀ ਰਾਤ ਹੈ। अर्ध रात्र अब है सुख रासा। तीन बार यों बचन हटाए श्री गुर को आशय न पाए। 3 ਵਾਰ ਇਸ ਤਰ੍ਹਾਂ ਬਚਨ ਕੀਤੇ ਤੇ ਗੁਰੂ ਸਾਹਿਬ ਜੀ ਨੇ ਉੱਤਰ ਨਹੀਂ ਦਿੱਤਾ। ਕਹਿਣ ਲੱਗੇ ਨਹੀਂ, ਇੱਕ ਪੈਰ ਰਹਿੰਦਾ ਹੈ। ਤੇ ਭਾਈ ਬੁੱਢਾ ਜੀ ਕਹਿਣ ਲੱਗੇ ਨਹੀਂ ਅੱਧੀ ਰਾਤ ਹੈ। ਗੁਰੂ ਸਾਹਿਬ ਜੀ ਨੇ ਫਿਰ ਉੱਥੇ ਜਿਹੜਾ ਹੈ ਕੋਈ ਉੱਤਰ ਨਹੀਂ ਦਿੱਤਾ। लहने सो बोले गतदाई तू अवलोक बहर अब जाए। ਫਿਰ ਗੁਰੂ ਸਾਹਿਬ ਜੀ ਨੇ ਕਿਹਾ ਲੈਣਿਆ ਤੂੰ ਜਾ ਕੇ ਤੇ ਵੇਖ ਕਿਤਨੀ ਕੁ ਰਾਤ ਰਹਿੰਦੀ ਹੈ। चेती निस है देहो बताई निकस्यो तूरन देर न लाई। ਤੁਰੰਤ ਬਾਹਰ ਨਿਕਲੋ ਤੇ ਬਿਨਾਂ ਦੇਰੀ ਤੋਂ ਸਾਨੂੰ ਦੱਸਣਾ ਕਰੋ। उड़गन को बिलोक के बानी अर्ध निशा अब श्री गुण खानी। ਤਾਰਿਆਂ ਨੂੰ ਵੇਖ ਕੇ ਤੇ ਕਹਿਣ ਲੱਗੇ ਹੈ ਗੁਰੂ ਸਾਹਿਬ ਜੀ ਹੁਣ ਅੱਧੀ ਰਾਤ ਹੈ। गुर बोले देखो तुमनी के जाम जामनी है अब ठीक। ਗੁਰੂ ਸਾਹਿਬ ਜੀ ਨੇ ਕਿਹਾ ਚੰਗੀ ਤਰ੍ਹਾਂ ਵੇਖੋ ਇੱਕ ਪਹਿਰ ਰਹਿੰਦਾ ਹੈ। तोरा लहना हृदय विचार रही है आधी ही रात। तद्यप गुरु सुहाग जो सो न जाने उजात। ਭਾਈ ਲਹਿਣਾ ਜੀ ਨੇ ਹਿਰਦੇ ਵਿੱਚ ਵਿਚਾਰਿਆ ਹੈ, ਕਹਿਣ ਲੱਗੇ ਰਾਤ ਤੇ ਅੱਧੀ ਹੈ, ਪਰ ਤਦ ਵੀ ਪਤਾ ਨਹੀਂ ਕਿ ਉਹਨਾਂ ਨੂੰ ਜਿਹੜੇ ਕਿਹੜੇ ਬਚਨਾਂ ਵਿੱਚੋਂ ਕਿਹੜੀ ਸੁੰਦਰਤਾ ਜਿਹੜੀ ਹੈ ਨਿਕਲ ਆਉਣੀ ਹੈ। ਤੇ ਜੋ ਗੁਰੂ ਸਾਹਿਬ ਜੀ ਨੂੰ ਚੰਗਾ ਲੱਗਦਾ ਹੈ ਅਸੀਂ ਦਾਸ ਸਮਝ ਕੇ ਉਹੀ ਸਮਝ ਲਈਏ, ਉਹੀ ਮੰਨ ਲਈਏ। ਇਸ ਕਰਕੇ ਆਪਾਂ ਕਾਹਤੋਂ ਐਵੇਂ, ਤੇ ਇਸ ਕਰਕੇ ਮਨ ਦੇ ਵਿੱਚ ਇਹ ਵਿਚਾਰ ਕੀਤੀ ਹੈ। चौपई यो मन गुण के बैन लाए प्रभु मम नैन उते अलसाए। ਇਹ ਕਹਿ ਕੇ ਤੇ ਬਾਬਾ ਲਹਿਣਾ ਜੀ ਕਹਿਣ ਲੱਗੇ ਸਤਿਗੁਰੂ ਜੀ ਅੱਖਾਂ ਦੇ ਵਿੱਚ ਨਾ ਨੀਂਦਰਾ ਹੈ, ਆ ਨੈਣਾਂ ਦੇ ਵਿੱਚ ਨਾ ਨੀਂਦਰਾ ਹੈ, ਸ਼ਾਇਦ ਮੈਨੂੰ ਨਾ ਦਿਖਿਆ ਹੋਵੇ। फूल कहियो मैं आधी राती जाम एक ही अब सुध जाती। ਮੈਂ ਭੁੱਲ ਗਿਆ ਸੀ ਇਸ ਕਰਕੇ ਮੈਂ ਕਹਿ ਬੈਠਾ ਅੱਧੀ ਰਾਤ ਹੈ, ਪਰ ਹਾਂ ਇੱਕ ਪੈਰ ਹੀ ਰਹਿ ਗਿਆ ਹੈ। जितनी निशा बिताई राउत तितनी बिती न मैं लख बाउत। ਜਿੰਨੀ ਰਾਤ ਆਪ ਨੇ ਬਤਾਈ ਹੈ ਉਨੀ ਬੀਤੀ ਹੈ, ਤੇ ਹੋਰ ਮੈਂ ਵੇਖੀ ਵੀ ਨਹੀਂ। ਜਿੰਨਾ ਕੁ ਤੁਸੀਂ ਜਿਹੜਾ ਹੈ ਇਹ ਰਾਤ ਕਢਵਾਈ ਹੈ ਆਪਣੀ ਰਜਾ ਵਿੱਚ, ਅਸੀਂ ਓਨੀ ਕੁ ਭੋਗੀ ਹੈ। अब जितनी राखी सो रही सर्व काल को करता तू ही। ਹੁਣ ਜਿਹੜਾ ਜਿੰਨੀ ਕੁ ਰਹਿ ਗਈ ਇਹ ਵੀ ਰਜਾ ਵਿੱਚ ਬਤੀਤ ਹੋ ਜਾਏਗੀ। ਇਹ ਹੈ ਗੁਰਸਿੱਖ ਦੀ ਅਸਲ ਦੇ ਵਿੱਚ ਰਹਿਤ ਬਹਿਤ ਜੀਵਨ। ਬਹਿਸ ਨਹੀਂ ਕਰਦਾ, ਕੋਈ ਦਾਵਾ ਨਹੀਂ ਕਰਦਾ ਕਿ ਅੱਧੀ ਰਾਤ ਹੀ ਹੈ, ਕਿਉਂਕਿ ਸਮਝ ਹੈ ਗੁਰੂ ਜੋ ਕਹਿ ਰਿਹਾ ਹੈ ਨਾ
ਸੱਤ ਹੈ। ਜੇ ਗੁਰੂ ਕਹਿ ਰਿਹਾ ਨਾ ਪਹਿਰ ਰਾਤ ਰਹਿੰਦੀ ਹੈ, ਸੱਤ ਬਚਨ ਜੀ ਪਹਿਰ ਰਾਤ ਹੈ, ਉੱਥੇ ਗੱਲ ਹੀ ਮੁਕਾ ਦਿੱਤੀ ਬਾਬਾ ਜੀ ਨੇ। ਕਹਿੰਦੇ ਤੁਹਾਡੀ ਰਜਾ ਵਿੱਚ ਜਿੰਨੀ ਬਤੀਤ ਹੋਈ ਹੈ ਤੇ ਰਹਿੰਦੀ ਤੁਹਾਡੀ ਰਜਾ ਵਿੱਚ ਹੀ ਬਤੀਤ ਹੋ ਜਾਏਗੀ। ਇਸ ਪ੍ਰਕਾਰ ਅੱਗੇ ਵੀ ਗੁਰੂ ਸਾਹਿਬ ਜੀ ਰਹਿਮਤ ਕਰਨਗੇ। ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਵਿਚਾਰ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸ਼ੀ ਅਗਨਾਸ਼, ਹੇ ਪੂਰਨ ਹੇ ਸਰਬ ਮੈਂ, ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਵੀ ਹੋਵਨ ਹਾਰ, ਹੇ ਸੰਤਾਂ ਕੇ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕ